सतनाम श्री वाहेगुरु साहब जीओ। जे जुग चारे आरजा होर दसूणी होए, नवा खंडा विच जाणीए नाल चलै सब कोय। जे जुग चारे आरजा होर दसूणी होए, नवा खंडा विच जाणीए नाल चलै सब कोय। चंगा नाउं रखाए कै जस कीरत जग ले, जे तिस नदर ना आवई ता बात ना पुछै के। ईटा अंदर कीट कर दोषी दोष तरे, नानक निर्गुण गुण करे गुणवंत्या गुण दे। तेहा कोई ना सुझई जे तिस गुण कोई करे, नानक निर्गुण गुण करे गुणवंत्या गुण दे। तेहा कोई ना सुझई जे तिस गुण कोई करे। जे जुग चारे आरजा होर दसूणी होए। वाहिगुरु जी का खालसा, वाहिगुरु जी की फतेह। परम सन्मानयोग सतगुरु महाराज दी साजी नवाजी होई। गुरु खालसा सत संगत जीओ, सतगुरु दी अपार रहमत दा सदका आप संगतां संध्या समय सतगुरु दे पावन पवित्र सोहणे दरबार दियां हाजरियां भर रहे हो। ਇਹ ਉਹ ਪਵਿੱਤਰ ਅਸਥਾਨ ਹੈ ਜਿਸ ਨੂੰ ਭਗਤ ਕਬੀਰ ਜੀ ਨੇ ਬੈਕੁੰਠ ਦੇ ਨਾਲ ਤਸ਼ਬੀਹ ਦਿੱਤੀ ਹੈ। ਇੱਕ ਵਾਰ ਕਾਂਸ਼ੀ ਦੇ ਪੰਡਤ ਮਿਲ ਕੇ ਭਗਤ ਕਬੀਰ ਜੀ ਦੇ ਪਾਸ ਆਏ। ਉਹਨਾਂ ਨੇ ਇੱਕ ਸਵਾਲ ਕੀਤਾ। ਕਹਿਣ ਲੱਗੇ, ਭਗਤ ਜੀ ਤੁਸੀਂ ਬੈਕੁੰਠ ਦੇ ਵਿੱਚ ਨਹੀਂ ਜਾ ਸਕਦੇ। ਕਿਉਂ? ਇਹ ਕਾਂਸ਼ੀ ਸ਼ਹਿਰ ਸ਼ਿਵਾਂ ਦਾ ਵਸਾਇਆ ਹੋਇਆ ਹੈ ਔਰ ਉਹਨਾਂ ਨੇ ਇੱਥੇ ਇਹ ਵਰਦਾਨ ਵੀ ਦਿੱਤਾ ਹੈ, ਕਾਂਸ਼ੀ ਮਰਣਾਂਤ ਮੁਕਤੀ। ਜਿਹੜਾ ਮਨੁੱਖ ਕਾਂਸ਼ੀ ਵਿੱਚ ਮਰੇਗਾ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ। ਪਰ ਤੁਸੀਂ ਸ਼ਿਵਾਂ ਦੀ ਉਪਾਸਨਾ ਨਹੀਂ ਕਰਦੇ, शिव जी की भगती नहीं करते, इसलिए थानू बैकुंठ नहीं कदे भी मिल सकता। भगत कबीर जी उन्हां दी इस बेवकूफ़ी ते हस पए। कहन लगे, भाई असी ते पहला ही बैकुंठ दे विच वस रहे हाँ, सानू किसी होर बैकुंठ दी तमन्ना ही नहीं है। पंडित हैरान होए। कहन लगे, तुसी किहड़े बैकुंठ दे विच वसदे हो? तां भगत कबीर जी ने बड़े फखर दे नाल ये बचन आखे, कहो कबीर ये कहिए काहे, साध संगत बैकुंठ आहे। ऐ पंडित लोको,
ਆ ਜੋ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਹੈ, ਜਿੱਥੇ ਪ੍ਰਭੂ ਦੇ ਪਿਆਰੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ। ਸਾਡੇ ਲਈ ਇਹੀ ਬੈਕੁੰਠ ਧਾਮ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਵੀ ਪਵਿੱਤਰ ਬਚਨ ਹਨ, ਤਹਿ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਇੱਕ ਥਾਂ ਤੇ ਹੋਰ ਵੀ ਹਜ਼ੂਰ ਨੇ ਲਿਖਿਆ ਹੈ, 68 ਤੀਰਥ ਜਹ ਸਾਧ ਪਗ ਧਰੈ, ਤਹ ਬੈਕੁੰਠ ਜਹ ਨਾਮ ਉਚਰੈ। ਬੈਕੁੰਠ ਦਾ ਅਖਰੀ ਅਰਥ ਮਹਾਂਪੁਰਖ ਕਰਦੇ ਸਨ। ਬੈ ਦਾ ਅਰਥ ਹੈ ਦੁਐਤ, ਕੁੰਠ ਦਾ ਅਰਥ ਹੈ ਰੁਕ ਜਾਣਾ। ਜਿੱਥੇ ਦੁਐਤ ਮੁੱਕ ਜਾਵੇ, ਜਿੱਥੇ ਦੁਬਦਾ ਭਾਵ ਮਿਟ ਜਾਵੇ, ਉਸ ਨੂੰ ਬੈਕੁੰਠ ਆਖਿਆ ਜਾਂਦਾ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਬੈਠ ਕੇ ਸਿਮਰਨ ਕਰਦਾ ਹੈ, ਨਿਤਨੇਮ ਕਰਦਾ ਹੈ, ਕੀਰਤਨ ਕਥਾ ਦੇ ਨਾਲ ਜੁੜਦਾ ਹੈ, ਜਦੋਂ ਉਸ ਦੀ ਬਿਰਤੀ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ, ਉਹਦੀ ਦੁਐਤ ਰੁਕ ਜਾਂਦੀ ਹੈ। ਦੁਐਤ ਰੁਕ ਜਾਣ ਦੇ ਨਾਲ ਹੀ ਉਸ ਨੂੰ ਉਹ ਆਨੰਦ ਪ੍ਰਾਪਤ ਹੋ ਜਾਂਦਾ ਹੈ ਜੋ ਬੈਕੁੰਠ ਦੇ ਵਿੱਚ ਜਾ ਕੇ ਪ੍ਰਾਪਤ ਹੁੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਬੇਦ ਬਿਆਸ ਹੋਏ ਹਨ। ਉਹਨਾਂ ਨੇ ਸਾਧ ਸੰਗਤ ਨੂੰ ਸੱਚਖੰਡ ਦਾ ਨਾਮ ਦਿੱਤਾ ਹੈ, ਕਿਉਂਕਿ ਜਪਜੀ ਸਾਹਿਬ ਬਾਣੀ ਜਿਸ ਦੀ ਵਿਚਾਰ ਤੁਸੀਂ ਸੁਣ ਰਹੇ ਹੋ, ਇਹਦੇ ਅਖੀਰ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 5 ਖੰਡਾਂ ਦਾ ਨਿਰਣਾ ਕੀਤਾ ਹੈ। ਸਭ ਤੋਂ ਆਖਰੀ ਮੰਜ਼ਲ ਸੱਚਖੰਡ ਵਰਣਨ ਕੀਤੀ ਹੈ। ਸੱਚਖੰਡ ਉਹ ਸਥਾਨ ਹੈ ਜਿੱਥੇ ਅਕਾਲ ਪੁਰਖ ਵਸ ਰਿਹਾ ਹੈ। ਬੈਕੁੰਠ ਉਹ ਹੈ ਜਿੱਥੇ ਸਰਗੁਣ ਸਰੂਪ ਦੇ ਵਿੱਚ ਪਰਮੇਸ਼ਰ ਵਸਦਾ ਹੈ। ਪਰ ਸੱਚਖੰਡ ਉਹ ਹੈ ਜਿੱਥੇ ਨਿਰੰਕਾਰ ਵਸਦਾ ਹੈ, ਕਿਉਂਕਿ ਸਤਿਗੁਰੂ ਦੇ ਆਪਣੇ ਬਚਨ ਹਨ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ, ਸਾਧ ਸੰਗ ਸੱਚਖੰਡ ਹੈ, ਸਤਿਗੁਰ ਪੁਰਖ ਵਸੈ ਨਿਰੰਕਾਰਾ। ਇਹ ਸਾਧ ਸੰਗਤ ਮਾਤ ਲੋਕ ਦਾ ਸੱਚਖੰਡ ਹੈ। ਇੱਥੇ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸਸ਼ੋਭਤ ਹੋ ਕੇ ਗੁਰਸਿੱਖਾਂ ਨੂੰ ਗਿਆਨ ਦਾ, ਭਗਤੀ ਦਾ, ਸੇਵਾ ਸਿਮਰਨ ਦਾ ਉਪਦੇਸ਼ ਦਿੰਦੇ ਹਨ। ਇਸ ਲਈ ਇਹ ਸਾਧ ਸੰਗਤ ਵੀ ਸੱਚਖੰਡ ਹੀ ਹੈ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਅਰ ਪਾਨ ਕਰਨ ਠਰੂਰ ਹੈ, ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ। ਸਾਧ ਸੰਗਤ ਉਹ ਸਥਾਨ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਲਵਾ ਸਾਨੂੰ ਪ੍ਰਤੱਖ ਦਿਖਾਈ ਦਿੰਦਾ ਹੈ। ਬਾਣੀ ਇੱਕ ਦੇਵੀ ਚਾਨਣ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਇਸ ਬਾਣੀ ਦੇ ਸੰਬੰਧ ਵਿੱਚ
ਸ੍ਰੀ ਆਸਾ ਜੀ ਦੀ ਵਾਰ ਦੇ ਪਹਿਲੇ ਸ਼ਲੋਕ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਫਰਮਾਇਆ ਹੈ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਸ਼ਬਦ ਹੈ, ਗੁਰੂ ਬਾਣੀ ਹੈ। ਚਾਹੇ ਸੰਸਾਰ ਦੇ ਅੰਦਰ ਸੈਂਕੜੇ ਚੰਦਰਮਾ ਇਕੱਠੇ ਹੀ ਚੜ੍ਹ ਜਾਣ ਤੇ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਸੂਰਜ ਵੀ ਚੜ੍ਹ ਜਾਣ, ਪਰ ਹਜ਼ੂਰ ਕਹਿੰਦੇ ਨੇ ਮਨੁੱਖੀ ਮਨਾਂ ਦੇ ਅੰਦਰ ਤਾਂ ਅਗਿਆਨਤਾ ਦਾ, ਮੋਹ ਮਾਇਆ ਦਾ ਹਨੇਰਾ ਪਿਆ ਹੀ ਰਹਿੰਦਾ ਹੈ। ਬਾਹਰਲੀ ਕੋਈ ਵੀ ਰੋਸ਼ਨੀ ਉਸ ਅੰਦਰਲੇ ਅਗਿਆਨਤਾ ਦੇ, ਮੋਹ ਮਾਇਆ ਦੇ ਹਨੇਰੇ ਨੂੰ ਦੂਰ ਕਰਨ ਦੇ ਲਈ ਅਸਮਰੱਥ ਹੈ। ਸਾਡੇ ਅੰਦਰ ਤਾਂ ਬਾਣੀ ਨੇ ਹੀ ਪ੍ਰਕਾਸ਼ ਕਰਨਾ ਹੈ, ਸ਼ਬਦ ਨੇ ਹੀ ਪ੍ਰਕਾਸ਼ ਕਰਨਾ ਹੈ। ਇਸੇ ਲਈ ਸਾਧ ਸੰਗਤ ਉਹ ਸਥਾਨ ਹੈ ਜਿੱਥੇ ਸਤਿਗੁਰੂ ਦੀ ਪਵਿੱਤਰ ਬਾਣੀ ਦਾ ਨੂਰ, ਦੈਵੀ ਚਾਨਣ ਸਾਨੂੰ ਪ੍ਰਾਪਤ ਹੁੰਦਾ ਹੈ, ਔਰ ਇਸ ਤੋਂ ਹੀ ਸਾਨੂੰ ਅਸਲੀ ਜੀਵਨ ਦੀ ਸੇਧ ਪ੍ਰਾਪਤ ਹੁੰਦੀ ਹੈ। ਧੰਨ ਹੋ ਆਪ ਗੁਰਮੁਖ ਪਿਆਰੇ ਮਾਈ ਪਾਈ ਸਤਸੰਗੀ ਜਨ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਭ ਤੋਂ ਪ੍ਰਧਾਨ ਬਾਣੀ ਜਪਜੀ ਸਾਹਿਬ ਬਾਣੀ ਹੈ। ਇਸ ਪਵਿੱਤਰ ਬਾਣੀ ਦੀਆਂ 6 ਪੌੜੀਆਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 7ਵੀਂ ਪੌੜੀ ਦੀ ਕਥਾ ਆਰੰਭ ਹੋ ਰਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਧ ਲੋਕ ਮਿਲੇ ਹਨ, ਔਰ ਇਹਨਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਯੋਗ ਮਤ ਨੂੰ ਧਾਰਨ ਕਰ ਲਵੋ, ਇਹਦੇ ਨਾਲ ਤੁਹਾਨੂੰ ਬਹੁਤ ਕੁਝ ਲਾਭ ਪ੍ਰਾਪਤ ਹੋ ਸਕਦਾ ਹੈ। ਸਤਿਗੁਰੂ ਕਹਿਣ ਲੱਗੇ, ਭਾਈ ਦੱਸੋ ਯੋਗ ਸਾਧਨ ਕਰਕੇ ਸਾਨੂੰ ਕੀ ਮਿਲ ਸਕਦਾ ਹੈ? ਤਾਂ ਇਹਨਾਂ ਸਿੱਧਾਂ ਨੇ ਉਹਦੇ ਬਾਰੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇੱਕ ਤਾਂ ਤੁਹਾਡੀ ਉਮਰ ਬਹੁਤ ਲੰਬੇਰੀ ਹੋ ਸਕਦੀ ਹੈ, ਤੁਸੀਂ ਆਪਣੀ ਇੱਛਾ ਦੇ ਅਨੁਸਾਰ 1000 ਸਾਲ 1500 ਸਾਲ ਔਰ ਇੱਥੇ ਹੀ ਬਸ ਨਹੀਂ, ਜਿੰਨਾ ਚਿਰ ਮਰਜ਼ੀ ਤੁਸੀਂ ਆਪਣੇ ਸਰੀਰ ਦੀ ਉਮਰਾਂ ਨੂੰ ਵਧਾ ਸਕਦੇ ਹੋ। ਇਹ ਯੋਗ ਦਾ ਫਲ ਹੈ। ਦੂਸਰੇ ਨੰਬਰ ਤੇ ਸਾਰੇ ਸੰਸਾਰ ਦੇ ਵਿੱਚ ਤੁਹਾਡੀ ਬਹੁਤ ਪ੍ਰਸਿੱਧੀ ਹੋਵੇਗੀ, ਲੋਕ ਤੁਹਾਡੀ ਪੂਜਾ ਕਰਨਗੇ। ਦੁਨੀਆ ਦੇ ਅੰਦਰ ਤੁਹਾਡਾ ਨਾਂ ਬਣਿਆ ਰਹੇਗਾ। ਜਦੋਂ ਇਹ ਗੱਲ ਉਹਨਾਂ ਸਿੱਧਾਂ ਨੇ ਸਤਿਗੁਰੂ ਨੂੰ ਆਖੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਇਹ ਭੁਲੇਖਾ ਦੂਰ ਕਰਨ ਵਾਸਤੇ ਇਹ ਪਵਿੱਤਰ ਪੌੜੀ ਉਚਾਰਨ ਕੀਤੀ, ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਸ ਵਿਚਾਰ ਨੂੰ ਆਪਾਂ ਅੱਗੇ ਆਰੰਭ ਕਰੀਏ। ਇੱਕ ਵਾਰੀ ਸਭ ਸੰਗਤਾਂ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਦਾ ਇਹ ਭੁਲੇਖਾ ਦੂਰ ਕਰਦੇ ਹਨ ਬਈ ਯੋਗ ਸਾਧਨ ਕਰਕੇ
ਜੇ ਮਨੁੱਖ ਦੀ ਲੰਬੇਰੀ ਉਮਰ ਹੋ ਜਾਂਦੀ ਹੈ, ਇਹਦਾ ਕੋਈ ਸਾਨੂੰ ਖਾਸ ਲਾਭ ਨਹੀਂ ਹੈ, ਕਿਉਂਕਿ ਇਹਦੇ ਨਾਲ ਸਰੀਰ ਦਾ ਅਧਿਆਸ, ਸੰਸਾਰ ਦਾ ਮੋਹ ਹੀ ਸਾਨੂੰ ਤੇ ਵਿਆਪਦਾ ਹੈ। ਭਗਤ ਕਬੀਰ ਜੀ ਨੇ ਇੱਕ ਬਹੁਤ ਸੁੰਦਰ ਵਿਚਾਰ ਪ੍ਰਗਟ ਕੀਤੇ ਹਨ। ਜਿਹੜੇ ਬੜੇ ਬੜੇ ਰਿੱਧੀਆਂ ਸਿੱਧੀਆਂ ਵਾਲੇ ਲੋਕ ਹਨ, ਉਹਨਾਂ ਦਾ ਕੰਮ ਕੀ ਹੁੰਦਾ ਹੈ? ਉਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੂੰ ਆਪਣੇ ਸ਼ਰਧਾਲੂ, ਚੇਲੇ, ਪੈਰੋਕਾਰ ਬਣਾਉਣ ਲਈ ਤੁਰ ਪੈਂਦੇ ਹਨ। ਜਿਹੜੀ ਉਹਨਾਂ ਨੇ ਕਮਾਈ ਕੀਤੀ ਹੁੰਦੀ ਹੈ, ਉਹਦਾ ਫਲ ਇੱਥੇ ਹੀ ਉਹ ਪ੍ਰਾਪਤ ਕਰ ਲੈਂਦੇ ਹਨ। ਇਸੇ ਲਈ ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਦੇ ਵੀ ਸੁੱਖ ਸਤਿਕਾਰ ਦਾ ਅਸਥਾਨ ਨਹੀਂ ਮਿਲ ਸਕਦਾ। ਭਗਤ ਕਬੀਰ ਜੀ ਦੇ ਬਚਨ ਹਨ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕਉ, ਬੀਚੈ ਅਟਕਿਓ ਚੀਤ। ਜਿੰਨੇ ਵੀ ਧਾਰਮਿਕ ਵਿਅਕਤੀ ਹਨ, ਜਦੋਂ ਸ਼ੁਰੂ ਦੇ ਵਿੱਚ ਸਾਧਨਾ ਪਥ 'ਤੇ ਕਦਮ ਰੱਖਦੇ ਹਨ, ਉਹਨਾਂ ਦੇ ਮਨ ਦੇ ਵਿੱਚ ਇਹ ਇੱਛਾ ਹੁੰਦੀ ਹੈ ਕਿ ਅਸੀਂ ਰੱਬ ਨੂੰ ਮਿਲਣਾ ਹੈ। ਅਸਲੀ ਜੀਵਨ ਦਾ ਮਨੋਰਥ ਵੀ ਇਹੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਪਰ ਜਦੋਂ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ, ਤੇ ਫਿਰ ਉਹ ਆਪਣੇ ਵਿੱਚ ਹੀ ਉਹਨਾਂ ਦੇ ਮਨ ਨੂੰ ਫਸਾ ਲੈਂਦੀਆਂ। ਇਸੇ ਲਈ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਜਦੋਂ ਮਨੁੱਖ ਰਿੱਧੀ ਸਿੱਧੀ ਵਾਲਾ ਹੋ ਜਾਂਦਾ ਹੈ, ਤੇ ਫਿਰ ਉਹਦੇ ਅੰਦਰ ਮਾਇਆ ਦਾ ਮੋਹ ਵੱਧ ਜਾਂਦਾ ਹੈ। ਸਿੱਖੀ ਸੇਵਕੀ ਬਣਾ ਕੇ ਤੇ ਮਾਇਆ ਇਕੱਤਰ ਕਰਨੀ, ਇਹੀ ਉਸਦੇ ਜੀਵਨ ਦਾ ਉਦੇਸ਼ ਬਣ ਜਾਂਦਾ ਹੈ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ ਬਈ ਤੁਰੇ ਤਾਂ ਇਸ ਮਨੋਰਥ ਨੂੰ ਲੈ ਕੇ ਸੀ, ਵੀ ਚਲੋ ਰੱਬ ਨੂੰ ਮਿਲਣਾ ਹੈ। ਧਰਮ ਦੇ ਮਾਰਗ 'ਤੇ ਚੱਲਣ ਦਾ ਅਸਲੀ ਮਨੋਰਥ ਇਹੀ ਹੈ ਬਈ ਰੱਬ ਦੇ ਰਸਤੇ 'ਤੇ ਤੁਰ ਕੇ ਉਸਦੇ ਘਰ ਤੱਕ ਪਹੁੰਚ ਹਾਸਲ ਕੀਤੀ ਜਾਵੇ। ਪਰ ਜੇ ਹੁਣ ਕੋਈ ਅੱਧ ਵਾਟੇ ਹੀ ਰੁਕ ਜਾਵੇ, ਆਪਣੀ ਮੰਜ਼ਿਲ 'ਤੇ ਨਾ ਜਾ ਸਕੇ, ਤੇ ਫਿਰ ਉਹਨੂੰ ਉਹ ਲਾਭ ਜੀਵਨ ਦਾ ਕਿਵੇਂ ਪ੍ਰਾਪਤ ਹੋ ਸਕਦਾ? ਹੁਣ ਜਿਹੜੇ ਸਿੱਧ ਲੋਕ ਸਨ, ਇਹ ਵੀ ਅੱਧ ਵਾਟੇ ਰੁਕੇ ਹੋਏ ਸਨ। ਬਹੁਤ ਸਾਰੇ ਰਿੱਧੀਆਂ ਸਿੱਧੀਆਂ ਵਾਲੇ ਲੋਕ ਉਹ ਮਾਇਆ ਦੇ ਚੱਕਰਾਂ ਦੇ ਵਿੱਚ, ਸਿੱਖੀ ਸੇਵਕੀ ਦੇ ਚੱਕਰਾਂ ਦੇ ਵਿੱਚ ਹੀ ਫਸ ਜਾਂਦੇ ਨੇ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਯੋਗੀਆਂ ਨੂੰ, ਰਿੱਧੀ ਸਿੱਧੀ ਵਾਲੇ ਲੋਕਾਂ ਨੂੰ ਅਤੇ ਯੋਗ ਸਾਧਨ ਕਰਨ ਵਾਲੇ ਯੋਗੀਆਂ ਨੂੰ ਇਹ ਸਮਝਾ ਰਹੇ ਹਨ, ਜੇ ਜੁਗ ਚਾਰੇ ਆਰਜਾ, ਬਈ ਜੇ ਮਨੁੱਖ ਦੀ 4 ਯੁਗਾਂ ਜਿੰਨੀ ਲੰਬੇਰੀ ਉਮਰ ਹੋ ਜਾਵੇ, ਆਰਜਾ ਦਾ ਅਰਥ ਹੈ ਉਮਰ, ਬਈ 4 ਯੁਗ ਕਿਤਨੇ ਮਹਾਨ ਨੇ। ਜਿਹੜੇ ਸਿਆਣੇ ਵਿਦਵਾਨ ਨੇ, ਉਹਨਾਂ ਨੇ ਇਹ ਗੱਲ ਆਖੀ ਹੈ, 4,32,000 ਸਾਲ ਕਲਯੁਗ ਦੀ ਉਮਰ ਹੈ। ਇਸ ਤੋਂ ਦੁੱਗਣੀ ਦੁਆਪਰ ਦੀ ਹੈ, ਦੁਆਪਰ ਤੋਂ ਦੁੱਗਣੀ ਤ੍ਰੇਤੇ ਦੀ ਹੈ, ਤੇ ਤ੍ਰੇਤੇ ਤੋਂ ਦੁੱਗਣੀ ਸਤਯੁਗ ਦੀ ਮੰਨੀ ਹੋਈ ਹੈ। ਜੇ 4 ਯੁਗਾਂ ਜਿੰਨੀ ਲੰਬੇਰੀ ਉਮਰ ਵੀ ਹੋ ਜਾਵੇ, ਪਰ ਹੁਣ ਤੇ ਭਾਵੇਂ ਠੀਕ ਹੈ, ਕਹਿੰਦੇ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ, ਪਰ ਉਹ ਮਨੁੱਖ ਦੀ ਉਮਰ ਨੂੰ ਲੰਬੇਰੀ ਕਰਨ ਦੇ ਵਿੱਚ ਇੰਨਾ ਕਾਮਯਾਬ ਨਹੀਂ ਹੋ ਸਕੇ। ਪੁਰਾਣੇ ਸਮੇਂ ਦੇ ਅੰਦਰ ਜਿਹੜੇ ਯੋਗੀ ਲੋਕ ਸਨ, ਉਹਨਾਂ ਨੇ ਕਿਸੇ ਹੱਦ ਤੱਕ
ਇਸ ਕਾਮਯਾਬੀ ਨੂੰ ਹਾਸਲ ਕਰ ਲਿਆ ਸੀ, ਉਹ ਆਪਣੀ ਇੱਛਾ ਅਨੁਸਾਰ ਆਪਣੀ ਉਮਰ ਲੰਬੇਰੀ ਕਰ ਲੈਂਦੇ ਸਨ। ਹਜ਼ੂਰ ਕਹਿੰਦੇ ਜੇ ਮਨੁੱਖ 4 ਯੁੱਗਾਂ ਜਿੰਨੀ ਲੰਬੇਰੀ ਉਮਰ ਵੀ ਕਰ ਲਵੇ, 4 ਯੁੱਗਾਂ ਦੀ ਸਾਰੀ ਉਮਰ ਵਿਦਵਾਨਾਂ ਨੇ ਲਿਖੀ ਹੈ 43,32,000 ਸਾਲ ਬਣਦੀ ਹੈ। ਜੇ ਹੁਣ ਮਨੁੱਖ ਇੰਨੀ ਲੰਬੀ ਉਮਰ ਵੀ ਬਸਰ ਕਰ ਲਵੇ, ਹਜ਼ੂਰ ਕਹਿੰਦੇ ਤਾਂ ਕੀ ਉਸ ਨੂੰ ਪ੍ਰਾਪਤ ਹੋਇਆ? ਕਿ ਭਗਤੀ ਦਾ ਫਲ, ਸਾਧਨਾ ਦਾ ਫਲ ਇਹੀ ਤਾਂ ਨਹੀਂ ਵੀ ਆਪਣੀ ਉਮਰ ਲੰਬੇਰੀ ਕਰ ਲਈ। ਅਕਸਰ ਮੌਤ ਨੇ ਤਾਂ ਫਿਰ ਵੀ ਆਉਣਾ ਹੀ ਆਉਣਾ ਹੈ। ਮੌਤ ਦਾ ਸਾਇਆ ਤੇ ਸਿਰ ਤੇ ਰਹਿਣਾ ਹੀ ਰਹਿਣਾ ਹੈ, ਉਮਰ ਚਾਹੇ ਜਿੰਨੀ ਮਰਜ਼ੀ ਲੰਬੇਰੀ ਕੋਈ ਕਰ ਲਵੇ। ਹਜ਼ੂਰ ਕਹਿੰਦੇ 4 ਯੁੱਗਾਂ ਜਿੰਨੀ ਲੰਬੇਰੀ ਉਮਰ ਵੀ ਕਰ ਲਈ, ਤੇ ਜੇ ਪਰਮੇਸ਼ਰ ਦੇ ਨਾਲ ਨਾ ਜੁੜ ਸਕਿਆ ਤੇ ਫਿਰ ਮੌਤ ਦਾ ਸਾਇਆ ਤੇ ਸਿਰ ਤੇ ਉਸੇ ਤਰ੍ਹਾਂ ਬਣਿਆ ਰਿਹਾ। ਹਜ਼ੂਰ ਕਹਿੰਦੇ ਇੱਥੇ ਹੀ ਬਸ ਨਹੀਂ, ਹੋਰ ਦਸੂਣੀ ਹੋਏ ਵੀ 4 ਯੁੱਗਾਂ ਜਿੰਨੀ ਲੰਬੇਰੀ ਉਮਰ ਹੀ ਨਾ ਹੋਵੇ, ਬਲਕਿ ਇਸ ਤੋਂ ਵੀ ਦਸੂਣੀ ਦਾ ਅਰਥ ਹੈ 10 ਗੁਣਾ ਹੋਰ ਵੀ ਵਧੇਰੇ ਲੰਬੀ ਉਮਰ ਹੋ ਜਾਵੇ। ਇਹਦਾ ਮਤਲਬ ਹੁਣ ਇਹ ਹੈ, ਜੇ ਹੁਣ 43,32,000 ਸਾਲ 4 ਯੁੱਗਾਂ ਦੀ ਉਮਰ ਹੈ, ਇਸ ਤੋਂ 10 ਗੁਣਾ ਹੋਰ ਲਾ ਲਓ, ਭਾਵ ਕਰੋੜਾਂ ਵਰ੍ਹਿਆਂ ਦੀ ਉਮਰ ਵੀ ਮਨੁੱਖ ਭੋਗ ਲਵੇ ਤੇ ਫੇਰ ਕਿਹੜਾ ਰੱਜ ਆ ਜਾਂਦਾ ਹੈ? ਫੇਰ ਕਿਹੜਾ ਕਾਲ ਤੇ ਫਤਿਹ ਹੋ ਜਾਂਦੀ ਹੈ? ਫੇਰ ਕਿਹੜਾ ਮੌਤ ਦਾ ਸਾਇਆ ਟਲ ਜਾਂਦਾ ਹੈ? ਫਿਰ ਵੀ ਤੇ ਮੌਤ ਬਣੀ ਹੀ ਰਹਿੰਦੀ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਇਸ ਪਾਸੇ ਨਹੀਂ ਤੋਰਿਆ ਵੀ ਤੁਸੀਂ ਯੋਗ ਸਾਧਨ ਕਰ ਲਓ ਵੀ ਤੁਹਾਡੀ ਲੰਬੇਰੀ ਉਮਰ ਹੋ ਜਾਵੇਗੀ, ਬਲਕਿ ਸਤਿਗੁਰੂ ਨੇ ਇਸ ਪਾਸੇ ਸਾਨੂੰ ਜ਼ੋਰ ਦਿੱਤਾ ਹੈ, ਤੁਸੀਂ ਆਪਣੀ ਜ਼ਿੰਦਗੀ ਵਿੱਚ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ, ਸਿਮਰਨ ਕਰੋ, ਵਾਹਿਗੁਰੂ ਦੀ ਬੰਦਗੀ ਕਰੋ, ਇਹਦੇ ਨਾਲ ਤੁਹਾਡੀ ਉਮਰ ਲੇਖੇ ਵਿੱਚ ਹੈ। ਜੇ ਆਦਮੀ 100 ਸਾਲ ਵੀ ਜੀ ਲਵੇ ਪਰ ਉਹਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਹ ਆਪਣੇ ਮਿਸ਼ਨ ਨੂੰ ਹਾਸਲ ਕਰ ਲੈਂਦਾ ਹੈ। ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਜ਼ੂਰ ਕਹਿੰਦੇ ਨੇ ਜਿਸ ਮਨੁੱਖ ਨੇ 100 ਸਾਲ ਦੇ ਵਿੱਚ ਹੀ ਆਪਣੇ ਜੀਵਨ ਦਾ ਟੀਚਾ ਪੂਰਾ ਕਰ ਲਿਆ ਤੇ ਉਸ ਨੂੰ ਹੋਰ ਹਜ਼ਾਰਾਂ ਲੱਖਾਂ ਵਰ੍ਹੇ ਕਰੋੜਾਂ ਵਰ੍ਹੇ ਉਮਰ ਵਧਾਉਣ ਦਾ ਫਾਇਦਾ ਹੀ ਕੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਦੀ ਉਮਰ ਨੂੰ ਵਧਾ ਲੈਣਾ ਇਹ ਕੋਈ ਬਹੁਤਾ ਵੱਡਾ ਲਾਭ ਵਾਲਾ ਸੌਦਾ ਨਹੀਂ ਹੈ, ਘਾਟੇ ਵਾਲਾ ਸੌਦਾ ਹੈ। ਕਿਉਂਕਿ ਕੁਝ ਅਜਿਹੀਆਂ ਸਾਖੀਆਂ ਵੀ ਆਉਂਦੀਆਂ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਿੱਬਤ ਦੇਸ਼ ਵਿੱਚ ਗਏ, ਉੱਥੇ ਲਾਂਬਿਆਂ ਦਾ ਬੜਾ ਪ੍ਰਚਾਰ ਸੀ। ਉਹਨਾਂ ਲਾਂਬਿਆਂ ਦਾ ਗੁਰੂ, ਉਹਨਾਂ ਦਾ ਸ਼੍ਰੀ ਮਹੰਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਿਆ। ਤਿੱਬਤ ਦੇ ਲੋਕ ਹੁਣ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਗੁਰੂ ਨਾਨਕ ਦੇ ਸਿੱਖ ਨੇ, ਚਾਹੇ ਉਹਨਾਂ ਦੀ ਰਹਿਣੀ ਬਹਿਣੀ ਸਾਡੇ ਨਾਲ ਨਹੀਂ ਮਿਲਦੀ, ਪਰ ਉਹ ਗੁਰੂ ਨਾਨਕ ਸਾਹਿਬ ਜੀ ਤੇ ਭਾਵਨਾ ਰੱਖਦੇ ਨੇ। ਔਰ ਇਹਨਾਂ ਲਾਮਿਆਂ ਦਾ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਬਈ ਤੁਹਾਡੀ ਉਮਰ ਕਿਤਨੀ ਕੁ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਤੁਹਾਡੇ ਸਾਹਮਣੇ ਹੈ। ਤਾਂ ਉਸ ਵੇਲੇ ਉਸਨੇ ਗੁਰੂ ਮਹਾਰਾਜ ਤੇ ਇੱਕ ਸਵਾਲ ਕੀਤਾ, ਕਹਿਣ ਲੱਗਾ ਤੁਹਾਡੀ ਉਮਰ ਇਸ ਵੇਲੇ ਵੱਧ ਤੋਂ ਵੱਧ 40 ਸਾਲ ਦੀ ਹੋਵੇਗੀ, ਪਰ ਤੁਸੀਂ ਇੰਨੀ 40 ਸਾਲ ਦੀ ਉਮਰ ਦੇ ਵਿੱਚ ਕਿੰਨੀ ਕੁ ਤਪੱਸਿਆ, ਕਿੰਨੀ ਕੁ ਸਾਧਨਾ ਤੁਸੀਂ ਕਰ ਲਈ ਹੋਵੇਗੀ, ਇਸ ਲਈ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ।
इसलिए मैं अपनी साधना करके इन्नी शक्ति प्राप्त कर ली है। हुण मैं जदों चाहां जिथे चाहां अपने शरीर नूं रख सकदा हाँ। जदों जी करे मैं शरीर नूं छड्ड भी सकदा हाँ। साहिब सतगुरु सच्चे पातशाह कहंदे कुछ होर कहना चाहुंदे हो? कहंदा हाँ। सतगुरु कहण लगे दस। कहंदा साडी गद्दी दा ये रिवाज है, ਜਿਹੜਾ भी साडा कोई श्री महंत हुंदा है, साडा सब तो धार्मिक आगू हुंदा है, ते ਉਹਦਾ ਇਹ एक ਕਰਤੱਵ ਹੁੰਦਾ है, ਉਹਦੀ एक कार्यशैली ਹੁੰਦੀ है। ਉਹ योग साधन करके अपनी उम्र ਨੂੰ जितना भी ਲੰਬੇਰਾ कर लवे ਤੇ ਉਨੀ ही ਉਹਦੀ ਵੱਧ पूजा ਤੇ सत्कार ਹੁੰਦਾ। नंबर 2 ਤੇ फिर की ਹੁੰਦਾ है, ਜਦੋਂ ਉਸ ਦਾ ਸਰੀਰ ਅਤੀ ਨਿਕੰਮਾ ਤੇ ਜਰਜਰੀ ਹੋ ਜਾਂਦਾ ਹੈ ਤੇ ਫਿਰ ਉਹ ਆਪਣੀ ਇੱਛਾ ਦੇ ਅਨੁਸਾਰ ਸਰੀਰ ਛੱਡ ਕੇ ਦੂਸਰੇ ਥਾਂ ਜਾ ਕੇ ਜਨਮ ਧਾਰਨ ਕਰ ਲੈਂਦੇ। ਔਰ ਉਹਦੇ ਵਿੱਚ ਸ਼ਕਤੀ ਇੰਨੀ ਹੁੰਦੀ ਹੈ, ਉਹ ਸਰੀਰ ਛੱਡਣ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਤੇ ਆਪਣੇ ਪੈਰੋਕਾਰਾਂ ਨੂੰ ਉਹ ਗੱਲ ਦੱਸ ਦਿੰਦਾ ਬਈ ਮੈਂ ਹੁਣ ਫਲਾਨੀ ਥਾਂ ਤੇ ਜਾ ਕੇ ਫਲਾਨੇ ਦੇ ਘਰ ਜਨਮ ਧਾਰਨ ਕਰਨ ਲੱਗਿਆ ਹਾਂ, ਤੇ ਤੁਸੀਂ ਜਦੋਂ ਮੈਂ 5 ਸਾਲ ਦਾ ਹੋ ਗਿਆ ਤੇ ਤੁਸੀਂ ਮੈਨੂੰ ਉੱਥੋਂ ਇੱਥੇ ਡੇਰੇ ਵਿੱਚ ਲੈ ਆਉਣਾ ਤੇ ਫਿਰ ਮੈਨੂੰ ਆਪਣੀ ਉਸ ਗੱਦੀ ਤੇ ਵਿਰਾਜਮਾਨ ਕਰ ਦੇਣਾ ਜਿੱਥੇ ਮੈਂ ਪਹਿਲਾਂ ਸਥਿਤ ਸੀ। ਇਸ ਲਈ ਮੇਰੇ ਵਿੱਚ ਏਡੀ ਵੱਡੀ ਸ਼ਕਤੀ ਹੈ ਕਿ ਮੈਂ ਆਪਣੇ ਸਰੀਰ ਦੀ ਉਮਰ ਬਹੁਤ ਲੰਬੇਰੀ ਕਰ ਲਈ ਹੈ। ਹੁਣ ਆਪਣੀ ਇੱਛਾ ਅਨੁਸਾਰ ਸਰੀਰ ਛੱਡ ਕੇ ਤੇ ਆਪਣੇ ਚੇਲਿਆਂ ਨੂੰ ਸਾਰੀ ਗੱਲ ਦੱਸ ਕੇ ਜਾਵਾਂਗਾ ਤੇ ਫਿਰ ਮੈਨੂੰ ਉਹ ਇੱਥੇ ਇਸੇ ਹੀ ਡੇਰੇ ਦੀ, ਇਸੇ ਹੀ ਸੰਪਰਦਾ ਦੀ ਜੋ ਸਭ ਤੋਂ ਉੱਚੀ ਮਹਾਨ ਗੱਦੀ ਹੈ ਉਹਦੇ ਉੱਤੇ ਮੈਨੂੰ ਸਥਾਪਨ ਕਰ ਦੇਣਗੇ। ਇਹ ਇੱਕ ਯੋਗ ਸਾਧਨਾ ਦਾ ਫਲ ਹੈ, ਇਹ ਮੇਰੀ ਬੰਦਗੀ ਦਾ ਫਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਫਸੋਸ ਹੈ ਸਾਨੂੰ ਇਸ ਗੱਲ ਤੇ, ਤੁਸੀਂ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਿਆ ਹੀ ਨਹੀਂ। ਤੁਸੀਂ ਕੀ ਸਾਧਨਾ ਇਸ ਲਈ ਕਰਦੇ ਹੋ ਕਿ ਮੁੜ ਮੁੜ ਕੇ ਤੁਹਾਨੂੰ ਸੰਸਾਰ ਦੇ ਵਿੱਚ ਹੀ ਆਉਣਾ ਪਵੇ, ਜਨਮ ਤੇ ਮਰਨ ਦਾ ਤੁਹਾਨੂੰ ਦੁੱਖ ਝੱਲਣਾ ਪਵੇ। ਇਹ ਲੋਕ ਤਾਂ ਅਗਿਆਨੀ ਵੀ ਕਰਦੇ ਨੇ, ਪਾਪੀ ਵੀ ਕਰਦੇ ਨੇ। ਪਾਪੀ ਵੀ ਆਪਣੇ ਕਰਮਾਂ ਦੇ ਅਨੁਸਾਰ ਜਨਮ ਵੀ ਧਾਰਨ ਕਰਦੇ ਨੇ, ਮੌਤ ਵੀ ਸਹੇੜਦੇ ਨੇ, ਤੇ ਤੁਸੀਂ ਇੰਨੀ ਬੰਦਗੀ ਕਰਕੇ ਫਿਰ ਵੀ ਜੇ ਜਨਮ ਮਰਨ ਦੇ ਵਿੱਚ ਹੀ ਪਏ ਰਹਿਣਾ ਹੈ, ਫਿਰ ਤੁਹਾਡੀ ਬੰਦਗੀ ਦਾ ਕੋਈ ਲਾਭ ਨਹੀਂ, ਤੁਹਾਡੀ ਸਾਧਨਾ ਦਾ ਕੋਈ ਫਲ ਨਹੀਂ। ਉਹਨੂੰ ਇਹ ਗੱਲ ਸੁਣ ਕੇ ਬਹੁਤ ਹੈਰਾਨੀ ਹੋਈ। ਕਹਿੰਦਾ ਫਿਰ ਤੁਸੀਂ ਦੱਸੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਤਨੀ ਵੀ ਆਰਜਾ ਮਨੁੱਖ ਨੂੰ ਵਾਹਿਗੁਰੂ ਪਰਮੇਸ਼ਰ ਨੇ ਦਿੱਤੀ ਹੈ ਔਰ ਉਹਦੇ ਵਿੱਚ ਉਸ ਨੂੰ ਪਰਮੇਸ਼ਰ ਦਾ ਨਾਮ ਜਪ ਕੇ ਬੰਦਗੀ ਕਰਕੇ ਸਿਮਰਨ ਕਰਕੇ ਤੇ ਉਹਨੂੰ ਸਫਲ ਕਰ ਲੈਣਾ ਚਾਹੀਦਾ। ਜੇ ਇਸ ਜਨਮ ਦੇ ਵਿੱਚ ਉਸ ਨੂੰ ਵਾਹਿਗੁਰੂ ਦੀ ਕਿਰਪਾ ਦੁਆਰਾ ਜੀਵਨ ਦਾ ਟੀਚਾ ਹਾਸਲ ਹੋ ਗਿਆ, ਵਾਹਿਗੁਰੂ ਦੇ ਦੀਦਾਰ ਹੋ ਗਏ, ਤੇ ਉਹਦੀ ਇਹ ਯਾਤਰਾ ਸਫਲ ਹੋ ਗਈ। ਸਫਲ 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 ਪਈ ਯਾਤਰਾ, ਆਵਨ ਜਾਣ ਰਹੇ ਮਿਲੇ ਸਾਧਾ। ਤੇ ਜੇ ਇਸ ਜਨਮ ਦੇ ਵਿੱਚ ਉਹਦੀ ਸਾਧਨਾ ਪੂਰੀ ਨਾ ਵੀ ਹੋ ਸਕੀ, ਦੂਸਰੇ ਜਨਮ ਦੇ ਵਿੱਚ ਕਰ ਲਵੇ। ਪਰ ਅਸਲੀ ਸਾਧਨਾ ਦਾ ਭਗਤੀ ਦਾ ਫਲ ਇਹ ਹੈ ਆਵਾਗਮਨ ਤੋਂ ਮੁਕਤੀ, ਜਨਮ ਮਰਨ ਤੋਂ ਛੁਟਕਾਰਾ ਤੇ ਪਰਮੇਸ਼ਰ ਦੇ ਨਾਲ ਮਿਲਣਾ, ਉਹਦੇ ਨਾਲ ਅਭੇਦ ਹੋਣਾ। ਹੁਣ ਜਦੋਂ ਇਹ ਗੱਲ ਉਹਨਾਂ ਨੂੰ ਸਮਝਾਈ, ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰਵੜ ਭਾਗੀ ਪਾਇਆ, ਉਹ ਲੋਕ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪਣਾ ਮੁਰਸ਼ਦ ਤੇ ਆਪਣਾ ਗੁਰੂ ਮੰਨਣ ਲੱਗੇ, ਕਿਉਂਕਿ ਗੁਰੂ ਮਹਾਰਾਜ ਨੇ ਭੁੱਲਿਆਂ ਨੂੰ ਰਾਹ ਪਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਧਰ ਮੁਸਲਮਾਨੀ ਦੇਸ਼ਾਂ ਦੇ ਵਿੱਚ ਚੱਕਰ ਲਾ ਰਹੇ ਸਨ। ਇੱਕ ਥਾਂ ਦਾ ਵਾਕਿਆ ਆਉਂਦਾ ਇਤਿਹਾਸ ਦੇ ਵਿੱਚ, ਇੱਕ ਮੁਸਲਮਾਨ ਫਕੀਰ ਹੈ, ਭੋਰੇ ਦੇ ਵਿੱਚ ਬੈਠਾ ਹੈ,
ਚਲੀਸਾ ਕੱਢ ਰਿਹਾ ਹੈ ਔਰ ਉਹਦੇ ਮਨ ਦੇ ਵਿੱਚ ਇਹ ਭੁੱਖ ਹੈ ਕਿ ਮੈਂ ਚਲੀਸਾ ਕੱਢ ਕੇ ਕਰਾਮਾਤ ਹਾਸਲ ਕਰਾਂਗਾ, ਉਸ ਕਰਾਮਾਤ ਨਾਲ ਮੈਂ ਲੋਕਾਂ ਨੂੰ ਕਾਇਲ ਕਰਾਂਗਾ, ਲੋਕ ਮੈਥੋਂ ਡਰਨਗੇ, ਮੇਰੀ ਪੂਜਾ ਕਰਨਗੇ। ਔਰ ਇਸ ਲਈ ਉਹ ਚਲੀਸੇ ਕੱਢ ਰਿਹਾ ਸੀ। ਚਲੋ ਖੈਰ, ਲੋਕ ਇਹੋ ਜਿਹੇ ਲੋਕਾਂ ਦੇ ਮਗਰ ਲੱਗ ਵੀ ਜਾਂਦੇ ਨੇ, ਪੀਰਾਂ ਫਕੀਰਾਂ ਦੇ ਮਗਰ। ਪਰ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਤੋਰਨ ਦੇ ਲਈ ਆਏ ਸਨ ਔਰ ਉਹਨਾਂ ਨੇ ਉਸ ਮੁਸਲਮਾਨ ਪੀਰ ਦੇ ਨਾਲ ਜਾ ਕੇ ਮੁਲਾਕਾਤ ਕਰਨੀ ਚਾਹੀ। ਪਰ ਜਿਹੜੇ ਉਸ ਦੇ ਚੇਲੇ ਸਨ ਉਹਨਾਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਪੀਰ ਸਾਹਿਬ ਚਲੀਸੇ ਵਿੱਚ ਨੇ, ਉਹ ਕਿਸੇ ਨੂੰ ਮਿਲ ਨਹੀਂ ਸਕਦੇ, ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰ ਸਕਦੇ। ਸਤਿਗੁਰੂ ਕਹਿਣ ਲੱਗੇ, ਅੱਛਾ ਇਹ ਤਾਂ ਦੱਸੋ ਉਹਨਾਂ ਦੇ ਚਲੀਸੇ ਦਾ ਮੁੱਖ ਕਾਰਨ ਕੀ ਹੈ? ਉਹ ਕਹਿੰਦੇ ਚਲੀਸੇ ਦਾ ਮੁੱਖ ਕਾਰਨ ਇਹ ਹੈ, ਜਿਸ ਉਹ ਪਿੰਡ ਵਿੱਚ ਰਹਿੰਦੇ ਨੇ, ਕਿਸੇ ਗੱਲ ਤੋਂ ਕਿਸੇ ਵਿਅਕਤੀ ਨਾਲ ਉਹਨਾਂ ਦਾ ਤਕਰਾਰ ਹੋ ਗਿਆ, ਉਹਨਾਂ ਦੇ ਮਨ ਦੇ ਵਿੱਚ ਰੰਜਿਸ਼ ਹੋ ਗਈ ਤੇ ਹੁਣ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਚਲੀਸਾ ਕੱਢ ਕੇ ਤੇ ਕਰਾਮਾਤ ਹਾਸਲ ਕਰਕੇ ਇਸ ਪਿੰਡ ਨੂੰ ਗਰਕ ਕਰ ਦੇਣਾ। ਆ ਦੇਖ ਲਓ ਲੋਕਾਂ ਦੀਆਂ ਕਿਸ ਪਾਸੇ ਨੂੰ ਰੁਚੀਆਂ ਲੱਗੀਆਂ ਹੋਈਆਂ ਸਨ, ਕਹਾਉਂਦੇ ਧਾਰਮਿਕ ਸਨ, ਲੋਕਾਂ ਦੀ ਬਰਬਾਦੀ ਵੱਲ ਉਹਨਾਂ ਦਾ ਧਿਆਨ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਬਹੁਤ ਹੈਰਾਨ ਹੋਏ। ਕਹਿੰਦੇ ਹੋਵੇ ਬੰਦਗੀ ਕਰਨ ਵਾਲਾ ਤੇ ਸੋਚ ਉਹਦੀ ਇੰਨੀ ਘਾਤਕ ਹੋਵੇ, ਉਹ ਪਿੰਡ ਨੂੰ ਤਬਾਹ ਕਰਨ ਦੇ ਲਈ ਸੋਚ ਰਿਹਾ ਹੋਵੇ, ਫਿਰ ਉਹਦੇ ਵਿੱਚ ਤੇ ਜਰਵਾਨੀ ਜ਼ਾਲਮ ਦੇ ਵਿੱਚ ਕੀ ਫਰਕ ਹੋਇਆ? ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਦੇਖਿਆ ਵੀ ਇਹਨੇ ਉਂਝ ਤਾਂ ਬਾਹਰ ਆਉਣਾ ਨਹੀਂ। ਜਿਸ ਭੋਰੇ ਦੇ ਵਿੱਚ ਬੈਠਾ ਸੀ ਉਹਦੇ ਉੱਤੇ ਇੱਕ ਮਕਬਰਾ ਬਣਿਆ ਹੋਇਆ ਸੀ। ਸਤਿਗੁਰੂ ਨੇ ਐਸੀ ਦ੍ਰਿਸ਼ਟੀ ਪਾਈ ਔਰ ਕਹਿੰਦੇ ਨੇ ਜਿਵੇਂ ਭੁਚਾਲ ਨਹੀਂ ਆਉਂਦਾ ਹੁੰਦਾ, ਉਹ ਭੁਚਾਲ ਦੀ ਸ਼ਕਲ ਦੇ ਵਿੱਚ ਕੋਈ ਐਸੀ ਹਰਕਤ ਹੋਈ, ਉਹ ਜਿਹੜਾ ਸਾਰਾ ਹੀ ਮਕਬਰਾ ਉਹ ਘੁੰਮ ਗਿਆ। ਤੇ ਘੁੰਮਣ ਤੋਂ ਬਾਅਦ ਕੀ ਹੋਇਆ, ਤੇ ਜਿਹੜਾ ਉਹ ਮਕਬਰਾ ਸੀ ਉੱਪਰਲਾ ਉਹ ਆਕਾਰ ਢਹਿ ਢੇਰੀ ਹੋ ਗਿਆ ਤੇ ਜਿਹੜਾ ਭੋਰੇ ਥੱਲੇ ਬੈਠਾ ਉਹ ਫਕੀਰ ਲੋਕਾਂ ਨੂੰ ਮਾਰਨ ਦੀ ਸੋਚ ਰਿਹਾ ਸੀ, ਉਹਨੂੰ ਆਪਣੀ ਜਾਨ ਬਚਾਉਣ ਦਾ ਫਿਕਰ ਪੈ ਗਿਆ। ਆਖੀਰ ਭੋਰੇ ਚੋਂ ਨਿਕਲਿਆ, ਇੱਕਦਮ ਬਾਹਰ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਬੈਠੇ ਸਨ ਤੇ ਜਦੋਂ ਬਾਹਰ ਨਿਕਲਿਆ ਤੇ ਉਸ ਮਕਬਰੇ ਨੂੰ ਢਹਿ ਢੇਰੀ ਹੋਇਆ ਦੇਖ ਕੇ ਬੜਾ ਮਨ ਵਿੱਚ ਹੈਰਾਨ ਹੋਇਆ। ਕਹਿਣ ਲੱਗਾ, ਮੈਂ ਤੇ ਲੋਕਾਂ ਨੂੰ ਗਰਕ ਕਰਨਾ ਚਾਹੁੰਦਾ ਸੀ, ਇਸ ਲਈ ਚਲੀਸਾ ਕੱਢ ਰਿਹਾ ਸੀ, ਪਰ ਆ ਕੀ ਪਾਣਾ ਵਰਤਿਆ? ਉਹਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ, ਪਰ ਉਸਨੂੰ ਕੀ ਪਤਾ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਉਹ ਮੈਨੂੰ ਸਿੱਧੇ ਰਾਹ ਪਾਉਣ ਵਾਸਤੇ ਆਏ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਪੀਰ ਨੂੰ ਸਮਝਾਇਆ। ਕਹਿਣ ਲੱਗੇ, ਪੀਰ ਸਾਹਿਬ, ਰੱਬ ਦੀ ਬੰਦਗੀ ਦਾ ਮਤਲਬ ਇਹ ਨਹੀਂ ਬਈ ਤੁਸੀਂ ਲੋਕਾਂ ਦਾ ਨੁਕਸਾਨ ਕਰਨਾ। ਇਸੇ ਲਈ ਤਾਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਸੀ ਬਈ ਕਰਾਮਾਤੇ ਕਹਿਰ ਦਾ ਨਾਮ ਹੈ, ਵੀ ਜੇ ਕੋਈ ਕਰਾਮਾਤੀ ਹੋ ਕੇ ਲੋਕਾਂ ਦਾ ਨੁਕਸਾਨ ਹੀ ਕਰੇ, ਕਹਿ ਰਹੀ ਹੈ। ਇਸੇ ਲਈ ਇਸ ਚੀਜ਼ ਨੂੰ ਗੁਰੂ ਮਹਾਰਾਜ ਨੇ ਵਰਜਿਆ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬਈ ਤੂੰ ਇੱਕ ਪਾਸੇ ਬੰਦਗੀ ਕਰਦਾ, ਦੂਜੇ ਪਾਸੇ ਤੇਰੀ ਸੋਚ ਇੰਨੀ ਖਤਰਨਾਕ ਹੈ, ਇੰਨੀ ਘਟੀਆ ਹੈ ਔਰ ਇੰਨੀ ਮਾਰੂ ਹੈ, ਇਹ ਬਹੁਤ ਬੁਰੀ ਗੱਲ ਹੈ। ਫਿਰ ਇਹ ਕਹਿਣ ਲੱਗਾ, ਕਹਿੰਦਾ ਇਸ ਪਿੰਡ ਦੇ ਵਿੱਚ ਝੂਠੇ ਲੋਕ ਵਸਦੇ ਨੇ, ਇਸ ਲਈ ਮੈਂ ਇਹਨਾਂ ਨੂੰ ਗਰਕ ਕਰਨਾ ਚਾਹੁੰਦਾ ਸੀ। ਸਤਿਗੁਰੂ ਕਹਿਣ ਲੱਗੇ, ਭਾਈ ਐਸੀ ਕੋਈ ਗੱਲ ਨਹੀਂ, ਇਹ ਝੂਠੇ ਵੀ ਤੇ ਸੱਚੇ ਸਾਰੇ ਥਾਵਾਂ ਤੇ ਹੀ ਲੋਕ ਵਸਦੇ ਨੇ, ਪਰ ਇਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਵਾਹਿਗੁਰੂ ਪਰਮੇਸ਼ਰ ਕਰੇਗਾ। ਤੈਨੂੰ ਇਸ ਗੱਲ ਦੀ ਕਿਉਂ ਚਿੰਤਾ ਹੈ?
ਤੂੰ ਆਪਣੀ ਬੰਦਗੀ ਕਰ, ਤੂੰ ਆਪਣੀ ਭਗਤੀ ਕਰ। ਤੇ ਇਸ ਨੂੰ ਗੁਰੂ ਮਹਾਰਾਜ ਨੇ ਸਿੱਧੇ ਰਾਹ ਤੋਰਿਆ। ਇਸੇ ਤਰ੍ਹਾਂ ਇੱਕ ਹੋਰ ਫਕੀਰ ਸੀ, ਉਹਦੇ ਮਨ ਦੇ ਵਿੱਚ ਇਹ ਤਮੰਨਾ ਵੀ ਲੋਕ ਮੇਰੀ ਪੂਜਾ ਪ੍ਰਤਿਸ਼ਠਾ ਕਰਨ। ਅਕਸਰ ਜਿੰਨੇ ਵੀ ਰਿੱਧੀਆਂ ਸਿੱਧੀਆਂ ਵਾਲੇ ਲੋਕ ਨੇ ਨਾ, ਆਖਰ ਉਹਨਾਂ ਦੀ ਇੱਛਾ ਤੇ ਇਹੀ ਹੁੰਦੀ ਹੈ ਵੀ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੂੰ ਮਗਰ ਲਾਉਣਾ, ਸਿੱਖੀ ਸੇਵਕੀ ਬਣਾਉਣੀ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇਹਰ ਮਿਲਣ ਕੋ ਬੀਚਾ ਅਟਕਿਓ ਚੀਤ। ਫਿਰ ਉਹ ਰਸਤੇ ਵਿੱਚ ਹੀ ਰਹਿ ਜਾਂਦੇ ਨੇ। ਹੁਣ ਉਹ ਦੂਸਰਾ ਜਿਹੜਾ ਮੁਸਲਮਾਨ ਫਕੀਰ ਸੀ, ਉਹ ਤਪੱਸਿਆ ਕਰ ਰਿਹਾ ਸੀ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਅੰਦਰ ਦੀ ਗੱਲ ਨੂੰ ਸਮਝ ਕੇ ਉਹਦੇ ਕੋਲ ਚਲੇ ਜਾਂਦੇ ਹਨ। ਉਹਨੂੰ ਪੁੱਛਦੇ ਨੇ, ਪੀਰ ਸਾਹਿਬ ਤੁਸੀਂ ਬੰਦਗੀ ਕਰਦੇ ਹੋ, ਤੁਹਾਡਾ ਅਸਲੀ ਨਿਸ਼ਾਨਾ ਕੀ ਹੈ, ਤੁਸੀਂ ਚਾਹੁੰਦੇ ਕੀ ਹੋ? ਉਹ ਕਹਿੰਦਾ, ਮੈਂ ਇਹ ਚਾਹੁੰਦਾ ਹਾਂ ਬੰਦਗੀ ਕਰਕੇ ਮੈਂ ਦੁਨੀਆ ਦੇ ਵਿੱਚ ਮਕਬੂਲ ਹੋ ਜਾਵਾਂ, ਲੋਕ ਮੈਨੂੰ ਮੱਥਾ ਟੇਕਣ, ਲੋਕ ਮੈਨੂੰ ਸਤਿਕਾਰ ਦੇਣ। ਗੁਰੂ ਮਹਾਰਾਜ ਕਹਿੰਦੇ, ਅਫਸੋਸ ਤੁਹਾਡੀ ਇਸ ਗੱਲ ਤੇ,